ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 7ਵਾਂ ਭਾਗ। ਦੁੱਖ ਭੰਜਨੀ ਬੇਰੀ ਸੁੱਕ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਦੀ ਹੋਸ਼ ਸੰਭਾਲੀ ਹੈ, ਮਰਦ ਯਾਤਰੂਆਂ ਦੇ ਨਾਲ ਪੌਣੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੋਂ ਬਾਹਰ ਵਾਲੀ ਬੇਰੀ ਨੂੰ ਹੀ ਦੁੱਖ ਭੰਜਨੀ ਬੇਰੀ ਸਮਝ ਕੇ ਉਸ ਦੇ ਹੇਠਾਂ ਇਸ਼ਨਾਨ ਕਰਕੇ ਆਪਣੇ ਦੁੱਖਾਂ ਰੋਗਾਂ ਤੋਂ ਛੁਟਕਾਰਾ ਪਾ ਲਿਆ ਸਮਝਦੇ ਰਹੇ ਸਾਂ। ਪਰ ਬੀਬੀਆਂ ਪੌਣੇ ਦੇ ਅੰਦਰ ਵਾਲੀ ਬੇਰੀ ਨੂੰ ਦੁੱਖ ਭੰਜਨੀ ਬੇਰੀ ਸਮਝ ਕੇ ਆਪਣੀਆਂ ਆਸਾਂ ਪੂਰੀਆਂ ਕਰਦੀਆਂ ਚਲੀਆਂ ਆ ਰਹੀਆਂ ਹਨ। ਕੋਈ ਨਹੀਂ ਸੀ ਸਮਝਾਉਂਦਾ ਕਿ ਅਸਲੀ ਦੁੱਖ ਭੰਜਨੀ ਬੇਰੀ ਕਿਹੜੀ ਹੈ। ਇਹੀ ਸੋਚ ਕੇ ਸੰਤੁਸ਼ਟ ਹੋਣਾ ਪੈਂਦਾ ਸੀ ਕਿ ਸ਼ਾਇਦ ਦੋਹਾਂ ਬੇਰੀਆਂ ਨੇ ਰਲ ਕੇ ਹੀ ਬੀਬੀ ਰਜਨੀ ਦੇ ਕੋਹੜੇ ਪਤੀ ਨੂੰ ਰਾਜੀ ਕਰ ਦੇਣ ਵਾਲਾ ਸਾਕਾ ਵਰਤਾਇਆ ਹੋਵੇ। ਸੋਢੀ ਹਰਭਜਨ ਸਿੰਘ ਜੀ ਚੰਡੀਗੜ੍ਹੀਏ ਨੇ ਪੁਸਤਕ ਭਜਨ ਬੰਦਗੀ ਦਾ ਪ੍ਰਤਾਪ ਲਿਖੀ ਹੈ। ਲਗਭਗ ਅੱਧੀ ਪੁਸਤਕ ਵਿੱਚ ਲਿਖਾਰੀ ਨੇ ਅਜਿਹੀਆਂ ਕਹਾਣੀਆਂ ਲਿਖੀਆਂ ਹੋਈਆਂ ਹਨ ਜਿਹੜੀਆਂ ਗੁਰਮਤਿ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ। ਉਸੇ ਪੁਸਤਕ ਦੇ 259 ਸਫ਼ੇ ਤੋਂ 261 ਸਫ਼ੇ ਤਾਈਂ ਦੁੱਖ ਭੰਜਨੀ ਬੇਰੀ ਦੀ ਮਹਿਮਾ ਵਧਾਉਣ ਵਾਲੀ ਕਿਸੇ ਕਾਲਾ ਸਿੰਘ ਉਮਰ ਕੈਦੀ ਦੀ ਕਹਾਣੀ ਲਿਖੀ ਹੈ। ਹਰਭਜਨ ਸਿੰਘ ਜੀ ਲਿਖਦੇ ਹਨ, ਕਾਲਾ ਸਿੰਘ ਨੂੰ 45 ਮਨੁੱਖਾਂ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਹੋ ਗਈ। ਜੇਲ੍ਹ ਵਿੱਚ ਬਿਮਾਰ ਹੋ ਜਾਣ ਕਰਕੇ ਕਾਲਾ ਸਿੰਘ ਦੇ ਹੱਥ ਪੈਰ ਹਿੱਲਣੋਂ ਹਟ ਗਏ। ਡਾਕਟਰਾਂ ਨੇ ਬਿਮਾਰੀ ਨੂੰ ਅਸਾਧ ਜਾਣ ਕੇ ਉਸ ਦੀ ਰਿਹਾਈ ਦੀ ਸਿਫਾਰਿਸ਼ ਕਰ ਦਿੱਤੀ। ਅਕਾਲੀ ਲੀਡਰ ਕਰਤਾਰ ਸਿੰਘ ਟੱਕਰ ਨੇ ਜੇਲ੍ਹ ਵਿੱਚੋਂ ਛੁਡਾ ਕੇ ਲੈ ਆਂਦਾ ਅਤੇ PGI ਚੰਡੀਗੜ੍ਹ ਵਿਖੇ ਉਸ ਦਾ ਇਲਾਜ ਕਰਵਾਉਣਾ ਚਾਹਿਆ। ਪਰ ਕਾਲਾ ਸਿੰਘ ਕਿਸੇ ਵੀ ਡਾਕਟਰ ਕੋਲੋਂ ਆਪਣੀ ਬਿਮਾਰੀ ਦਾ ਇਲਾਜ ਕਰਵਾਉਣਾ ਨਹੀਂ ਸੀ ਚਾਹੁੰਦਾ ਅਤੇ ਬਾਰ-ਬਾਰ ਇਹੀ ਕਹੀ ਜਾਂਦਾ ਸੀ ਕਿ ਉਸ ਨੂੰ ਦਰਬਾਰ ਸਾਹਿਬ ਲੈ ਜਾ ਕੇ ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕਰਵਾਇਆ ਜਾਵੇ। ਅੰਤ ਵਿੱਚ ਗੁਰਚਰਨ ਸਿੰਘ ਟੌਹੜਾ ਦੇ ਹੁਕਮ ਨਾਲ 12 ਅਕਤੂਬਰ 1973 ਨੂੰ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕਰਾਉਣ ਲਈ ਦੁੱਖ ਭੰਜਨੀ ਬੇਰੀ 'ਤੇ ਲਿਜਾਇਆ ਗਿਆ। ਉਦੋਂ ਕਾਰ ਸੇਵਾ ਹੋ ਰਹੀ ਸੀ। ਉੱਥੇ ਕੇਵਲ 1-1 ਫੁੱਟ ਜਲ ਸੀ। ਕਈ ਸੇਵਾਦਾਰਾਂ ਨੇ ਮਿਲ ਕੇ ਉਸ ਨੂੰ ਪੌੜੀਆਂ ਤੋਂ ਥੱਲੇ ਲਾਹਿਆ ਤੇ ਕਾਲਾ ਸਿੰਘ ਜਲ ਵਿੱਚ ਲੇਟ ਗਿਆ। ਜਿੱਥੇ-ਜਿੱਥੇ ਪਾਣੀ ਪੈਂਦਾ ਸੀ ਉਸ ਦੇ ਸਰੀਰ 'ਤੇ ਬਿਜਲੀ ਵਾਂਗੂ ਅਸਰ ਹੁੰਦਾ ਸੀ ਤੇ ਖੂਨ ਦਾ ਦੌਰਾ ਚੱਲ ਪੈਂਦਾ ਸੀ। ਕੁਝ ਮਿੰਟਾਂ ਪਿੱਛੋਂ ਕਾਲਾ ਸਿੰਘ ਨੇ ਜ਼ੋਰ ਦਾ ਜੈਕਾਰਾ ਬੁਲਾਇਆ ਅਤੇ ਆਪਣੇ ਪੈਰੀਂ ਪੌੜੀਆਂ ਚੜ੍ਹ ਕੇ ਬਾਹਰ ਆ ਗਿਆ ਅਤੇ ਵੱਡੀ ਪਰਿਕਰਮਾ ਬਿਨਾਂ ਸਹਾਰੇ ਦੇ ਕੀਤੀ। ਅਖਬਾਰਾਂ ਵਾਲਿਆਂ ਨੇ ਵੀ ਕਾਲਾ ਸਿੰਘ ਦੇ ਅਜੀਬ ਕਿਸਮ ਦੇ ਹੱਠ ਵਾਲੇ ਇਸ ਕੌਤਕ ਨੂੰ ਬੜਾ ਉਛਾਲਿਆ ਸੀ। ਪਰ ਛੇਤੀ ਹੀ ਕਾਲਾ ਸਿੰਘ ਦੀ ਇਹ ਗੱਲ ਭੁੱਲ ਭੁਲਾ ਗਈ ਸੀ। ਕਾਲਾ ਸਿੰਘ ਮੁੜ ਕਿਤੇ ਨਾ ਰੜਕਿਆ। ਦੁੱਖ ਭੰਜਨੀ ਬੇਰੀ ਨਾਲ ਜੁੜੀ ਕਰਾਮਾਤ ਵਾਲੇ ਭਰਮ ਨੂੰ ਕਾਲਾ ਸਿੰਘ ਨੇ ਬੜੀ ਹੱਠ ਚਤੁਰਾਈ ਨਾਲ ਵਰਤ ਕੇ ਲੋਕਾਂ ਨੂੰ ਖੂਬ ਉੱਲੂ ਬਣਾਇਆ। ਸੱਚਮੁੱਚ ਹੀ ਦੁੱਖ ਭੰਜਨੀ ਦੀ ਬੜੀ ਮਹਿਮਾ ਖਿਲਰੀ ਹੋਈ ਸੀ। ਪੌਣੇ ਤੋਂ ਬਾਹਰ ਦੀ ਜਿਸ ਬੇਰੀ ਹੇਠਾਂ ਕਾਲਾ ਸਿੰਘ ਨੇ ਆਪਣੀ ਬਿਮਾਰੀ ਤੋਂ ਛੁਟਕਾਰਾ ਪਾਇਆ ਸੀ, ਅਥਵਾ ਜਿਸ ਬੇਰੀ ਨੇ ਕਈ ਹੋਰਨਾਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਸਨ ਅਤੇ ਜਿਹੜੀ ਬੇਰੀ ਕਥਿਤ ਤੌਰ 'ਤੇ ਸੈਂਕੜੇ ਸਾਲ ਅੰਮ੍ਰਿਤ ਵਾਲੇ ਜਲ ਨੂੰ ਪਾਨ ਕਰਦੀ ਆ ਰਹੀ ਸੀ, ਉਹ ਕਰਾਮਾਤੀ ਬੇਰੀ ਕਾਲਾ ਸਿੰਘ ਦੀ ਹੁਸ਼ਿਆਰੀ ਨੇ ਅਜਿਹੀ ਸ਼ਰਮਸ਼ਾਰ ਕੀਤੀ ਕਿ ਛੇਤੀ ਹੀ ਮਗਰੋਂ ਸੁੱਕ ਮੁੱਕ ਗਈ। ਝੂਠ ਦੀ ਇੱਕ ਲੱਤ ਟੁੱਟ ਗਈ। ਗੁਰਮਤਿ ਵਿਰੋਧੀ ਬਣਿਆ ਫੋਕਾ ਭਰਮ ਲੋਕਾਂ ਦਿਆਂ ਮਨਾਂ ਵਿੱਚੋਂ ਦੂਰ ਕੀਤਾ ਜਾ ਸਕਦਾ ਸੀ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਅਥਵਾ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਹੁਕਮੀ ਬੰਦਿਆਂ ਨੇ ਝੂਠ ਦੀ ਪੂਜਾ ਦਾ ਅੱਡਾ ਚਲਾਈ ਰੱਖਣ ਲਈ ਛੋਟੀ ਜਿਹੀ ਬੇਰੀ ਦਾ ਤਾਜ਼ਾ ਬੂਟਾ ਲਿਆ ਗੱਡਿਆ ਅਤੇ ਅੱਜ ਸਾਰੇ ਯਾਤਰੂ ਉਸ ਨੂੰ ਹੀ ਅਸਲੀ ਦੁੱਖ ਭੰਜਨੀ ਬੇਰੀ ਮੰਨ ਕੇ ਆਪਣੇ ਪਾਪ ਤੇ ਦੁੱਖ ਰੋਗ ਦੂਰ ਕਰੀ ਜਾ ਰਹੇ ਹਨ। ਇਸੇ ਤਰ੍ਹਾਂ ਪੌਣੇ ਦੇ ਅੰਦਰ ਦੀ ਬੇਰੀ ਬਾਰੇ ਵੀ ਇਹ ਕਹਿਣਾ ਕਿਵੇਂ ਗਲਤ ਹੋ ਸਕਦਾ ਹੈ ਕਿ ਇਹ ਵੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਦੀ ਨਹੀਂ,
ਸਗੋਂ ਸਨ 1831 ਦੇ ਗੇੜ ਵਿੱਚ ਉਸੇ ਤਰ੍ਹਾਂ ਹੀ ਪੰਥ ਦੇ ਵਿਰੋਧੀਆਂ ਨੇ ਲਾਈ ਸੀ, ਜਿਵੇਂ ਇਹ ਨਵੀਂ ਬੇਰੀ ਪੰਥ ਦੇ ਆਗੂਆਂ ਨੇ ਆਪ ਲਾਈ ਹੈ। ਸਤਿਗੁਰਾਂ ਦਾ ਇਹ ਬਚਨ ਹੈ, ਦ੍ਰਿਸ਼ਟਮਾਨ ਹੈ ਸਗਲ ਮਥਿਨ, ਪੰਨਾ 1083। ਉਸ ਬੇਰੀ ਦੇ ਸੁੱਕ ਜਾਣ ਤੋਂ ਸੱਚ ਸਿੱਧ ਹੋ ਗਿਆ, ਜਿਸ ਦੀਆਂ ਜੜ੍ਹਾਂ ਸਦਾ ਉਸ ਅੰਮ੍ਰਿਤ ਵਿੱਚ ਭਿੱਜੀਆਂ ਰਹਿੰਦੀਆਂ ਸਨ, ਜਿਹੜਾ ਕਾਵਾਂ ਨੂੰ ਹੰਸ ਬਣਾਈ ਜਾਂਦਾ ਸੀ ਅਤੇ ਰਜਨੀ ਦੇ ਪਤੀ ਦਾ ਕੋੜ ਰਾਜ਼ੀ ਕਰ ਦੇਣ ਦੀ ਸ਼ਕਤੀ ਵਾਲਾ ਸੀ। ਉਹ ਕਰਾਮਾਤੀ ਬੇਰੀ ਆਪ ਸੁੱਕ ਕੇ ਬਾਲਣ ਬਣ ਗਈ। ਵਿਪਰ ਨੇ ਲੋਕਾਂ ਨੂੰ ਅਗਿਆਨੀ ਅਤੇ ਭਰਮੀ ਬਣਾਈ ਰੱਖਿਆ ਅਤੇ ਆਪਣੀ ਸਰਬ ਉੱਚਤਾ ਬਣਾਈ ਰੱਖੀ ਸੀ। ਬੇਰੀ ਦੇ ਸੁੱਕ ਜਾਣ ਵਾਲੇ ਅਤੇ ਉਸ ਦੀ ਥਾਂ ਨਵੀਂ ਬੇਰੀ ਲਾਈ ਜਾਣ ਵਾਲੇ ਕੌਤਕ ਤੋਂ ਸਾਬਤ ਹੁੰਦਾ ਹੈ ਕਿ ਅੱਜ ਦੇ ਪ੍ਰਬੰਧਕ ਵਿਪਰ ਮਹੰਤਾਂ ਵਾਂਗ ਹੀ ਸੱਚ ਦੇ ਦਰਬਾਰ ਵਿੱਚ ਝੂਠ ਦੀ ਪੂਜਾ ਕਰਵਾ ਕੇ ਸਿੱਖ ਨੂੰ ਵਿਪਰਨ ਕੀ ਰੀਤ ਨਾਲ ਪੂਰੀ ਤਰ੍ਹਾਂ ਜੋੜੀ ਰੱਖ ਕੇ ਆਪਣੀ ਚੌਧਰ ਦਾ ਪੰਜਾ ਪੱਕਾ ਕਰੀ ਰੱਖਣਾ ਚਾਹੁੰਦੇ ਹਨ। ਨੰਬਰ 2, ਜੇ ਵਿਪਰਨ ਦੀ ਸਿੱਖਿਆ ਦੇ ਅਸਰ ਨਾਲ ਬਣ ਚੁੱਕੀ ਮਤ ਅਨੁਸਾਰ ਵਿਚਾਰਿਆਂ ਇਹ ਸੱਚ ਵੀ ਮੰਨ ਲਈਏ ਕਿ ਅੰਮ੍ਰਿਤਸਰ ਸਰੋਵਰ ਦੇ ਜਲ ਵਿੱਚ ਬੇਰੀ ਹੇਠਲੀ ਕਥਿਤ ਛੱਪੜੀ ਦਾ ਅੰਮ੍ਰਿਤ ਰਲਿਆ ਹੋਣ ਕਰਕੇ ਇਸ ਵਿੱਚ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ, ਤਦ ਵੀ ਇਤਿਹਾਸਕ ਘਟਨਾਵਾਂ ਸਾਡੇ ਇਸ ਵਿਸ਼ਵਾਸ ਨੂੰ ਖੇਰੂ ਕਰ ਦਿੰਦੀਆਂ ਹਨ। ਗਿਆਨੀ ਭਗਤ ਸਿੰਘ ਨੇ ਆਪਣੀ ਪੁਸਤਕ ਸਿਫਤੀ ਦਾ ਘਰ ਦੇ 153 ਸਫ਼ੇ 'ਤੇ ਲਿਖਿਆ ਹੈ ਕਿ 1762 ਵਿੱਚ ਜਦ ਅਹਿਮਦ ਸ਼ਾਹ ਅਬਦਾਲੀ ਨੇ ਲੋਕਾਂ ਕੋਲੋਂ ਸੁਣਿਆ ਕਿ ਸਿੱਖ ਸਰੋਵਰ ਵਿਚਲੇ ਅੰਮ੍ਰਿਤ ਨੂੰ ਪੀ ਕੇ ਤਕੜੇ ਹੁੰਦੇ ਹਨ, ਤਾਂ ਉਸ ਨੇ ਅੰਮ੍ਰਿਤ ਦਾ ਖੁਰਾ ਖੋਜ ਮਿਟਾ ਦੇਣ ਲਈ ਦਰਬਾਰ ਸਾਹਿਬ 'ਤੇ ਬੜਾ ਤਕੜਾ ਹੱਲਾ ਬੋਲਿਆ। ਅਹਿਮਦ ਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਰੂਦ ਨਾਲ ਉਡਾ ਕੇ ਮਲਬੇ ਦਾ ਢੇਰ ਬਣਾ ਦਿੱਤਾ ਸੀ। ਅੱਗੇ 156 ਸਫ਼ੇ 'ਤੇ ਲਿਖਿਆ ਹੈ ਕਿ ਸਾਰਾ ਮਲਬਾ ਸਰੋਵਰ ਵਿੱਚ ਸੁਟਾ ਦਿੱਤਾ ਸੀ ਅਤੇ ਸ਼ਹਿਰ ਤੋਂ ਕਈ ਤਰ੍ਹਾਂ ਦਾ ਗੰਦਮੰਦ ਅਤੇ ਮਰੀਆਂ ਹੋਈਆਂ ਗਾਈਆਂ ਆਦਿ ਮੰਗਵਾ ਕੇ ਸਰੋਵਰ ਨੂੰ ਪੂਰ ਕੇ ਸਾਰਾ ਥਾਂ ਰੜਾ ਮੈਦਾਨ ਬਣਾ ਦਿੱਤਾ ਸੀ। ਜਦ ਬੇਰੀ ਹੇਠਲੇ ਅੰਮ੍ਰਿਤ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਸੀ ਤਾਂ ਕਿ ਸਰੋਵਰ ਦੇ ਕੰਢੇ 'ਤੇ ਅੰਮ੍ਰਿਤ ਵਾਲੀ ਉਸ ਬੇਰੀ ਨੂੰ ਰਹਿਣ ਦਿੱਤਾ ਹੋਵੇਗਾ, ਜਿਹੜੀ ਦੁੱਖ ਭੰਜਨੀ ਬਣੀ ਲੋਕਾਂ ਦੇ ਰੋਗ ਕੱਟ ਰਹੀ ਸੀ। ਸਾਫ਼ ਸਿੱਧ ਹੁੰਦਾ ਹੈ ਕਿ ਨਾ ਹੀ ਕਥਿਤ ਛੱਪੜੀ ਵਾਲਾ ਅੰਮ੍ਰਿਤ ਰਿਹਾ ਸੀ, ਨਾ ਹੀ ਕੋਈ ਬੇਰੀ ਹੀ ਰਹਿ ਸਕਦੀ ਸੀ। ਅਤੇ ਫਿਰ 1984 ਵਿੱਚ ਸਰੋਵਰ ਦਾ ਪਾਣੀ ਬੇਅੰਤ ਮਨੁੱਖੀ ਲਾਸ਼ਾਂ ਦੀ ਸੜਾਂਦ ਨਾਲ ਸਖਤ ਬਦਬੂਦਾਰ ਹੋ ਗਿਆ ਸੀ। ਇਨ੍ਹਾਂ ਦੋਹਾਂ ਹੀ ਘੱਲੂਘਾਰਿਆਂ ਤੋਂ ਪਿੱਛੋਂ ਕਿਸੇ ਕਰਾਮਾਤੀ ਅੰਮ੍ਰਿਤ ਵਾਲੀ ਸਾਖੀ ਨੂੰ ਮੰਨ ਕੇ ਸਰੋਵਰ ਦੇ ਜਲ ਪ੍ਰਤੀ ਸ਼ਰਧਾ ਬਣਾਈ ਰੱਖਣੀ ਸੱਚ ਦੇ ਦਰਬਾਰ ਵਿੱਚ ਝੂਠ ਦੀ ਪੂਜਾ ਹੈ। ਨੰਬਰ 3, ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣੇ ਅਸਥਾਨ ਦੇ ਅੱਗੇ ਪਰਿਕਰਮਾ ਵਿੱਚ ਉਚੇਚੇ ਤੌਰ 'ਤੇ ਵੱਡੇ ਆਕਾਰ ਵਾਲਾ ਪੱਥਰ ਲਾ ਕੇ ਅਗਿਆਨੀ ਸ਼ਰਧਾਲੂਆਂ ਲਈ ਪੂਜਾ ਦਾ ਥਾਂ ਬਣਾ ਦਿੱਤਾ ਹੋਇਆ। ਉਸ ਪੱਥਰ ਨੂੰ ਉਚੇਚੀ ਪਵਿੱਤਰਤਾ ਵਾਲਾ ਮੰਨ ਕੇ ਕਈ ਸ਼ਰਧਾਲੂ ਉਸ 'ਤੇ ਫੁੱਲ ਆਦਿ ਜਾਂ ਪੈਸੇ ਟਕੇ ਭੇਟਾ ਵਜੋਂ ਰੱਖ ਜਾਂਦੇ ਹਨ। ਉਸ ਪੱਥਰ 'ਤੇ ਪੈਰ ਆ ਜਾਣ 'ਤੇ ਸਾਰਿਆਂ ਦਾ ਮਨ ਦੁਖੀ ਹੁੰਦਾ ਹੈ। ਇਹ ਸਭ ਕੁਝ ਸੂਖਮ ਰੂਪ ਵਿੱਚ ਝੂਠ ਦੀ ਪੂਜਾ ਹੈ। ਵਿਪਰਨ ਕੀ ਰੀਤ 'ਤੇ ਧਾਰਨੀ ਬਣਨਾ ਅਥਵਾ ਸੱਚੇ ਮਾਰਗ ਦਾ ਤਿਆਗ ਹੈ। ਨੋਟ: ਪਰਿਕਰਮਾ ਵਿੱਚ ਨਵਾਂ ਸੰਗਮਰਮਰ ਲਗਾਉਣ ਦੀ ਸੇਵਾ ਸਮੇਂ ਇਹ ਵਿਸ਼ੇਸ਼ ਪੱਥਰ ਪ੍ਰਸ਼ੰਸਾਜਨਕ ਫੈਸਲਾ ਕਰਕੇ ਹਟਾ ਦਿੱਤਾ ਗਿਆ ਹੈ। ਨੰਬਰ 4, ਹੋਰ ਕਈ ਕੁਝ ਦਾ ਵੇਰਵਾ ਅੱਗੇ ਛਪੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਚਿੱਠੀ ਵਿੱਚੋਂ ਪੜ੍ਹ ਲਿਆ ਜਾਵੇ। ਕਿਸ ਹਉ ਸੇਵੀ ਕਿਸ ਆਰਾਧੀ, ਜੋ ਦਿਸ਼ਟੇ ਸੋ ਗਾਛੈ, ਸਾਧ ਸੰਗਤ ਕੀ ਸ਼ਰਨੀ ਪਰਿਐ, ਚਰਨ ਰੇਣ ਮਨ ਬਾਛੈ, ਜੁਗਤ ਨਾ ਜਾਣਾ ਗੁਣ ਨਹੀਂ ਕੋਈ, ਮਹਾ ਦੁਤਰ ਮੈ ਆਛੈ, ਆਏ ਪਇਓ ਨਾਨਕ ਗੁਰ ਚਰਨੀ, ਤਉ ਉਤਰੀ ਸਗਲ ਦੁਰਾਛੈ। ਪੰਨਾ 533। ਨੋਟ: ਕਰਾਮਾਤਾਂ ਵੀ ਮਾਇਆ ਦਾ ਮਨਮੋਹਣਾ ਰੂਪ ਹੈ। ਇਸ ਭੇਦ ਨੂੰ ਸਮਝਣ ਲਈ ਪੜ੍ਹੋ
ਪੁਸਤਕ ਦੇ ਪਹਿਲੇ ਭਾਗ ਦਾ ਪ੍ਰਕਰਣ ਨੰਬਰ 64 ਕਰਾਮਾਤਾਂ ਅਤੇ ਗੁਰੂ ਇਤਿਹਾਸ। ਸਤਿਗੁਰੂ ਨਾਨਕ ਜੀ ਦੇ ਸਿੰਘ ਨੂੰ ਕਰਾਮਾਤਾਂ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ। ਕਰਾਮਾਤਾਂ ਦਾ ਸਹਾਰਾ ਲੈਣ ਵਾਲੇ ਦਾ ਆਤਮਿਕ ਬਲ ਨਸ਼ਟ ਹੁੰਦਾ ਰਹਿੰਦਾ ਹੈ, ਉਸ ਦੇ ਗਿਆਨ ਦੀ ਤਰੱਕੀ ਵੀ ਰੁਕ ਜਾਂਦੀ ਹੈ। ਕਰਾਮਾਤਾਂ ਮਗਰ ਪਿਆ ਬੰਦਾ ਹੰਕਾਰੀ, ਸਬਰ ਸੰਤੋਖ ਤੋਂ ਸਖਣਾ ਤੇ ਤ੍ਰਿਸ਼ਨਾਲੂ ਬਣਦਾ ਜਾਂਦਾ ਹੈ। ਫਿਰ ਉਹ ਵਹਿਣ ਤੋਂ ਵੱਧ ਕੇ ਦਰਿਆ ਨਹੀਂ ਬਣਦਾ। ਸਬਰ ਇਹ ਸੁਆਓ, ਜੇ ਤੂੰ ਬੰਦਾ ਦਿੜ ਕਰੈਂ, ਵੱਧ ਥੀਵੇਂ ਦਰਿਆਓ, ਟੁੱਟ ਨਾ ਥੀਵੇਂ ਵਾਹੜਾ। ਪੰਨਾ 1384। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 7ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।